Hello dear students, welcome you all in the session of Smart Learning. I am Jaspreet Singh. Our today's topic is explaining newspaper headlines. ਤਾਂ ਬੇਟਾ ਇਹ ਤੁਹਾਡਾ ਜੋ ਕਿ 12th ਕਲਾਸ ਦਾ ਟੌਪਿਕ ਹੈ। ਪੇਪਰ ਦੇ ਵਿੱਚ ਤੁਹਾਨੂੰ ਨਿਊਜ਼ਪੇਪਰ ਹੈਡਲਾਈਨਸ ਐਕਸਪਲੇਨ ਕਰਨੀ ਆਵੇਗੀ ਜਾਂ ਈਮੇਲ ਰਾਈਟਿੰਗ। ਇਹ ਦੋਹਾਂ ਟੌਪਿਕਸ ਦੇ ਵਿੱਚੋਂ ਤੁਸੀਂ ਕੋਈ ਇੱਕ ਨੂੰ ਕਰਨਾ ਹੋਵੇਗਾ। that is all up to you according to your preparation. ਨਿਊਜ਼ਪੇਪਰ ਹੈਡਲਾਈਨਸ 3 ਮਾਰਕਸ ਦਾ ਟੌਪਿਕ ਹੋਵੇਗਾ। ਇਹ ਪੇਪਰ ਦੇ ਵਿੱਚ 3 ਮਾਰਕਸ ਦਾ ਕੁਐਸਚਨ ਹੋਵੇਗਾ। ਕਿਸ ਤਰ੍ਹਾਂ ਐਕਸਪਲੇਨ ਕਰੀਦੀਆਂ ਨੇ ਅੱਜ ਇਸ ਸੈਸ਼ਨ ਦੇ ਵਿੱਚ ਅਸੀਂ ਸਿੱਖਾਂਗੇ। ਤੁਸੀਂ ਸਾਰੇ ਬੱਚੇ ਅਖਬਾਰ ਪੜ੍ਹਦੇ ਹੀ ਹੋਵੋਗੇ। ਬਿਲਕੁਲ ਕੀ ਹੁੰਦਾ ਹੈ, ਇੱਕ ਮੇਨ ਹੈਡਲਾਈਨ ਹੁੰਦੀ ਹੈ, ਇਸ ਤੋਂ ਬਾਅਦ ਉਸ ਪੂਰੀ ਨਿਊਜ਼ ਨੂੰ ਐਲੈਬੋਰੇਟ ਕੀਤਾ ਜਾਂਦਾ ਹੈ। ਤਾਂ ਅਸੀਂ ਬਿਲਕੁਲ ਇਸ ਟੌਪਿਕ ਦੇ ਵਿੱਚ ਸੇਮ ਕੰਮ ਹੀ ਕਰਨਾ ਹੈ। ਇੱਕ ਤੁਹਾਨੂੰ ਪੇਪਰ ਦੇ ਵਿੱਚ ਹੈਡਲਾਈਨ ਦਿੱਤੀ ਹੋਊਗੀ ਜਿਸ ਨੂੰ ਤੁਸੀਂ ਐਕਸਪਲੇਨ ਕਰਨਾ ਹੋਵੇਗਾ ਨੀਅਰ ਅਬਾਊਟ 20 to 25 ਜੋ ਕਿ ਵਰਡਸ ਹੋਣਗੇ ਤੁਹਾਡੇ। ਠੀਕ ਹੈ ਜੀ। ਇੱਕ ਲਾਈਨ ਦੀ ਨਿਊਜ਼ਪੇਪਰ ਦੀ ਹੈਡਲਾਈਨ ਤੁਹਾਨੂੰ ਦਿੱਤੀ ਜਾਵੇ, ਇੱਕ ਹੈਡਲਾਈਨ ਦਿੱਤੀ ਜਾਵੇਗੀ ਜਿਸ ਨੂੰ ਤੁਸੀਂ 20 to 25 ਜੇ ਕਿ ਵਰਡਸ ਦੇ ਵਿੱਚ ਐਕਸਪਲੇਨ ਕਰਨਾ ਹੋਵੇਗਾ। ਕੁਝ ਇਹਦੀਆਂ ਟਿਪਸ ਹੁੰਦੀਆਂ ਨੇ, ਕੁਝ ਟ੍ਰਿਕਸ ਹੁੰਦੀਆਂ ਨੇ ਜਿਹਦੇ ਬਾਰੇ ਹੁਣ ਅਸੀਂ ਰੀਡ ਕਰਨ ਜਾ ਰਹੇ ਹਾਂ। ਫਸਟ ਹੈ ਹੈਡਲਾਈਨਸ ਜਨਰਲੀ ਯੂਜ਼ ਸਿੰਪਲ ਪ੍ਰੈਜ਼ੈਂਟ ਟੈਂਸ। ਪ੍ਰੈਜ਼ੈਂਟ ਟੈਂਸ ਦੇ ਵਿੱਚ ਹੁੰਦੀਆਂ ਨੇ ਕਿਉਂਕਿ ਇਹ ਕਰੰਟ ਇਵੈਂਟਸ ਦੇ ਨਾਲ ਕੋਈ ਵੀ ਨਿਊਜ਼ ਹੁੰਦੀ ਹੈ ਉਹ ਕਰੰਟ ਇਵੈਂਟ ਦੇ ਨਾਲ ਹੀ ਜੁੜੀ ਹੁੰਦੀ ਹੈ। ਠੀਕ ਹੈ ਜੀ। ਸੈਕੰਡਲੀ ਜੇ ਗੱਲ ਕਰੀਏ ਨਿਊਜ਼ਪੇਪਰ ਹੈਡਲਾਈਨਸ ਆਰ ਜਨਰਲੀ ਰਿਟਨ ਇਨ ਸ਼ਾਰਟ ਫਰੇਜ਼ਸ। ਬਿਲਕੁਲ ਸ਼ਾਰਟ ਫਰੇਜ਼ਸ ਦੇ ਵਿੱਚ ਇਹ ਲਿਖੀਆਂ ਜਾਂਦੀਆਂ ਨੇ ਕਿਉਂਕਿ ਹੈਡਲਾਈਨ ਹੁੰਦੀ ਹੈ, ਐਕਸਪਲੇਨੇਸ਼ਨ ਇਹਦੀ ਬਾਅਦ ਦੇ ਵਿੱਚ ਹੈਡਲਾਈਨ ਤੋਂ ਨੀਚੇ ਕੀਤੀ ਜਾਂਦੀ ਹੈ। ਠੀਕ ਹੈ ਜੀ। ਇਹ ਸ਼ਾਰਟ ਫਰੇਜ਼ਸ ਇਸ ਕਰਕੇ ਲਿਖੀਆਂ ਜਾਂਦੀਆਂ ਨੇ ਤਾਂ ਕਿ ਜੋ ਰੀਡਰ ਹੈ ਅਗਰ ਉਸਨੇ ਇੱਕ ਜਸਟ ਗੋ ਥਰੂ ਹੋਣਾ ਗਾ ਇੱਕ ਪੂਰੇ ਨਿਊਜ਼ਪੇਪਰ ਦੇ ਤਾਂ ਉਹ ਹੈਡਲਾਈਨਸ ਨੂੰ ਰੀਡ ਕਰ ਕਰਕੇ ਗੋ ਥਰੂ ਹੋ ਸਕਦਾ ਗਾ, ਪਰ ਜੇਕਰ ਕੋਈ ਇੰਪੋਰਟੈਂਟ ਨਿਊਜ਼ ਉਹਨੂੰ ਆਪਣੇ ਕੰਮ ਦੀ ਲੱਗਦੀ ਹੈ ਤਾਂ ਉਹ ਉਸ ਨੂੰ ਡਿਟੇਲ ਦੇ ਵਿੱਚ ਪੜ੍ਹ ਸਕਦਾ ਹੈ। ਤੀਸਰੀ ਗੱਲ ਕਰੀਏ ਆਪਾਂ ਤੀਸਰੇ ਪੁਆਇੰਟ ਦੀ, ਹੈਡਲਾਈਨਸ ਡੂ ਨਾਟ ਕੈਰੀ ਹੈਲਪਿੰਗ ਵਰਬਸ ਵੈਨ ਦਾ ਰਿਟਨ ਇਨ ਪੈਸਿਵ ਫਾਰਮ। ਤਾਂ ਪੈਸਿਵ ਫਾਰਮ ਦੇ ਵਿੱਚ ਲਿਖਣ ਲੱਗੇ ਹੈਲਪਿੰਗ ਵਰਬਸ ਨਹੀਂ ਯੂਜ਼ ਕੀਤੀ ਜਾਂਦੀ। ਫੋਰ ਐਗਜ਼ਾਮਪਲ ਨਾਭਾ ਯੂਥ ਸ਼ਾਟ ਕਿਲਰ ਅਰੈਸਟਡ। ਦੇਖੋ ਇਹ ਪੂਰੀ ਪੈਸਿਵ ਫਾਰਮ ਦੇ ਵਿੱਚ ਆ, ਨਾ ਤਾਂ ਇੱਥੇ ਕੋਈ ਬਾਏ ਲਗਾਇਆ ਗਿਆ, ਨਾ ਕੋਈ ਇਜ਼ ਵਗੈਰਾ ਐਮ ਵਗੈਰਾ ਇਸ ਤਰ੍ਹਾਂ ਦੀ ਗੱਲ ਹੈਲਪਿੰਗ ਵਰਬ ਦਾ ਯੂਜ਼ ਕੀਤਾ ਗਿਆ ਗਾ। ਨੈਕਸਟ sometimes a headlines use infinitive to convey future events। ਇਹ ਬੜੀ ਇੰਪੋਰਟੈਂਟ ਬੇਟਾ ਪੁਆਇੰਟ ਆ, ਤੁਹਾਡੇ ਸਾਰੇ ਬੱਚਿਆਂ ਨੇ ਇਹਨੂੰ ਨੋਟ ਰੱਖਣਾ ਹੈ। ਜਦੋਂ ਵੀ ਕਦੇ ਫਿਊਚਰ ਦੀ ਗੱਲ ਕੀਤੀ ਹੈ ਨਾ, ਵਿਲ ਜਾਂ ਸ਼ੈਲ ਦਾ ਯੂਜ਼ ਕਰਨ ਦੀ ਜਗ੍ਹਾ ਤੇ ਇਹਦੇ ਵਿੱਚ ਕੀ ਯੂਜ਼ ਕੀਤਾ ਜਾਂਦਾ ਹੈਗਾ ਹੈ ਟੂ। ਫੋਰ ਐਗਜ਼ਾਮਪਲ PM to address the nation from Red Fort on Independence Day। ਦੇਖੋ ਇਹਦੀ ਅਗਰ ਗੱਲ ਕਰੀਏ ਤਾਂ ਇਹਨੂੰ ਆਪਾਂ ਐਕਸਪਲੇਨ ਕਰਨ ਸਮੇਂ ਇਹ ਲਿਖਾਂਗੇ PM will address the nation। ਠੀਕ ਹੈ ਜੀ। ਤਾਂ ਪਰ ਇੱਥੇ ਇਹਨਾਂ ਨੇ ਟੂ ਦਾ ਯੂਜ਼ ਕੀਤਾ, ਟੂ ਇਨਫਿਨਿਟਿਵਸ। ਠੀਕ ਹੈ, ਤੁਹਾਡੇ ਟੌਪਿਕ ਦੇ ਵਿੱਚ ਹੈਗੇ ਨੇਗੇ ਨੋਨ ਫਾਈਨਾਈਟ ਦੇ ਵਿੱਚ, ਤਾਂ ਉਹ ਟੂ ਦਾ ਇੱਥੇ ਇਹਨਾਂ ਨੇ ਯੂਜ਼ ਕੀਤਾ। ਤਾਂ ਟੂ ਕਿਸ ਰੈਫਰੈਂਸ ਦੇ ਲਈ ਯੂਜ਼ ਕੀਤਾ ਜਾਂਦਾ ਹੈਗਾ? ਫॉर ਫਿਊਚਰ ਰੈਫਰੈਂਸ। ਠੀਕ ਹੈ, ਇਹ ਸਾਰੇ ਬੱਚਿਆਂ ਨੇ ਨੋਟ ਰੱਖਣੀ ਆ ਗੱਲ। ਅੱਗੇ ਵਧਦੇ ਹਾਂ ਜੀ ਅਸੀਂ। 5th ਪੁਆਇੰਟ ਹੈ subject of a headline is separated from what is being said using a colon। ਤਾਂ ਇਹਦੇ ਵਿੱਚ colon ਦਾ ਯੂਜ਼ ਕੀਤਾ ਜਾਂਦਾ, ਪੰਕਚੁਏਸ਼ਨ ਮਾਰਕਸ ਹੁੰਦੇ ਨੇ colons, ਤਾਂ ਉਹ ਯੂਜ਼ ਕੀਤਾ। ਦੇਖੋ ਅਸਾਮ ਫਲੱਡਸ thousands ਹੋਮਲੈਸ। ਕਹਿੰਦੇ ਅਸਾਮ ਦੇ ਵਿੱਚ ਫਲੱਡ ਆਏ ਤਾਂ ਹਜ਼ਾਰਾਂ ਹੀ ਲੋਕ ਜੇ ਕਿ ਹੋਮਲੈਸ ਹੋ ਗਏ। ਠੀਕ ਆ, ਬੇਘਰ ਹੋ ਗਏ। ਨੈਕਸਟ ਡੂ ਨਾਟ ਯੂਜ਼ ਆਰਟੀਕਲਸ ਇਨ ਦਾ ਹੈਡਲਾਈਨਸ। ਆਰਟੀਕਲਸ ਨਹੀਂ ਹੈਡਲਾਈਨ ਦੇ ਵਿੱਚ ਯੂਜ਼ ਕੀਤੇ ਜਾਂਦੇ। ਹਾਂਜੀ, ਉਹਨਾਂ ਨੂੰ ਐਕਸਪਲੇਨ ਕਰਨ ਦੇ ਸਮੇਂ ਅਸੀਂ ਯੂਜ਼ ਕਰ ਸਕਦੇ ਹੁੰਦੇ ਹਾਂ ਬਟ ਹੈਡਲਾਈਨ ਦੇ ਵਿੱਚ ਨਹੀਂ। ਠੀਕ ਹੈ ਜੀ। ਤਾਂ ਹੁਣ ਅੱਗੇ ਵਧਦੇ ਹਾਂ ਜੀ ਅਸੀਂ। ਕੁਝ ਕੁ ਜੋ ਕਿ ਤੁਹਾਨੂੰ ਗ੍ਰਾਮਰ ਦੀ ਬੁੱਕ ਦੇ ਵਿੱਚ ਕੁਝ ਕੁ ਇਹਨਾਂ ਨੇ ਸੈਂਪਲਸ ਦਿੱਤੇ ਹੋਏ ਨੇ, ਆਪਾਂ ਸਾਰੇ ਰੀਡ ਕਰਦੇ ਹਾਂ। ਉਹਦੇ ਨਾਲ ਵੀ ਤੁਹਾਡੀ ਅੰਡਰਸਟੈਂਡਿੰਗ ਬਣ ਜਾਵੇਗੀ ਕਿ ਕਿੱਦਾਂ ਤੁਸੀਂ ਇੱਕ ਨਿਊਜ਼ਪੇਪਰ ਦੀ ਹੈਡਲਾਈਨ ਨੂੰ ਐਕਸਪਲੇਨ ਕਰਨਾ ਹੈ। ਦੇਖੋ ਜੀ, ਇਨਵੈਸਟਮੈਂਟ ਇਨ ਇਨਫਰਾਸਟਰਕਚਰ ਟੂ ਬੂਸਟ ਇੰਪਲੋਇਮੈਂਟ ਓਪਰਚੁਨਿਟੀਜ਼। ਇਨਵੈਸਟਮੈਂਟ ਹੁੰਦਾ ਨਿਵੇਸ਼, ਇਨਫਰਾਸਟਰਕਚਰ ਹੁੰਦਾ ਤੁਹਾਡੀਆਂ ਰੋਡਸ। ਠੀਕ ਹੈ ਜੀ। ਜਾਂ ਹੁੰਦਾ ਗਾ ਤੁਹਾਡੇ ਬ੍ਰਿਜਸ। ਠੀਕ ਹੈ ਜੀ। ਇਨਫਰਾਸਟਰਕਚਰ ਇਹ ਚੀਜ਼ ਹੁੰਦਾ, ਬੂਸਟ ਹੁੰਦਾ ਗਾ
ਵਾਧਾ ਕਰਨਾ, ਟੂ ਐਮਪਲੋਇਮੈਂਟ ਓਪਰਚੁਨਿਟੀਜ਼, ਐਮਪਲੋਇਮੈਂਟ ਹੁੰਦਾ ਰੁਜ਼ਗਾਰ, ਓਪਰਚੁਨਿਟੀਜ਼ ਹੁੰਦੇ ਨੇ ਮੌਕੇ। ਕਹਿੰਦੇ ਸਰਕਾਰ ਵੱਲੋਂ ਇਨਵੈਸਟਮੈਂਟ ਇੱਕ ਨਿਵੇਸ਼ ਕੀਤਾ ਜਾ ਰਿਹਾ ਹੈਗਾ ਇਨਫਰਾਸਟਰਕਚਰ ਦੇ ਵਿੱਚ ਟੂ ਬੂਸਟ ਐਮਪਲੋਇਮੈਂਟ ਓਪਰਚੁਨਿਟੀ, ਰੁਜ਼ਗਾਰ ਵਧਾਉਣ ਦੇ ਲਈ। ਹੁਣ ਇਹਨੂੰ ਐਕਸਪਲੇਨ ਕਰਨਾ ਹੈ। ਐਕਸਪਲੇਨ ਕਰਨ ਦਾ ਇੱਕ ਫੰਡਾਮੈਂਟਲ ਬੇਸਿਕ ਰੂਲਸ ਇਹ ਆ ਕਿ ਤੁਹਾਨੂੰ ਜਿਹੜੀ ਹੈਡਲਾਈਨ ਹੁੰਦੀ ਹੈ ਉਹਦੇ ਟੌਪਿਕ ਦੇ ਬਾਰੇ ਨਾ, ਉਹਦੇ ਬਾਰੇ ਥੋੜ੍ਹੀ ਬਹੁਤ ਨੌਲੇਜ ਹੋਣੀ ਚਾਹੀਦੀ, ਇੱਕ ਆਈਡੀਆ ਹੋਣਾ ਚਾਹੀਦਾ ਵੀ ਤੁਹਾਡੀ ਹੈਡਲਾਈਨ ਕਿਸ ਟੌਪਿਕ ਨਾਲ ਰਿਲੇਟ ਕਰਦੀ ਹੈ, ਕਿਸ ਰੈਲੀਵੈਂਸੀ ਦੀ ਕਿਸ ਟੌਪਿਕ ਦੇ ਨਾਲ ਬਣਦੀ ਹੈ। ਹੁਣ ਆਪਾਂ ਇਹਨੂੰ ਰੀਡ ਕਰਾਂਗੇ ਤਾਂ ਐਕਸਪਲੇਨ ਇਸ ਤਰ੍ਹਾਂ ਹੋਊਗੀ, ਵਿਗ ਇਨਵੈਸਟਮੈਂਟਸ ਇਨ ਇਨਫਰਾਸਟਰਕਚਰ ਵਿਲ ਲੀਡ ਟੂ, ਦੇਖੋ ਜੀ ਇੱਥੇ ਇਹਨਾਂ ਨੇ ਲਿਖਿਆ ਹੋਇਆ ਨਾ, ਵਿਲ ਲੀਡ ਟੂ ਕ੍ਰੀਏਸ਼ਨ ਆਫ ਥਾਊਜ਼ੈਂਡਸ ਆਫ ਜੌਬ ਓਪਰਚੁਨਿਟੀਜ਼ ਇਨ ਕੰਸਟਰਕਸ਼ਨ ਸੈਕਟਰ ਐਜ਼ ਵੈਲ ਐਜ਼ ਇਨ ਸਰਵਿਸ ਸੈਕਟਰ। ਠੀਕ ਹੈ ਜੀ, ਕਹਿੰਦੇ ਥਾਊਜ਼ੈਂਡਸ ਹਜ਼ਾਰਾਂ ਹੀ ਜੌਬ ਨੇ ਜਿਹੜੇ ਹੁਣ ਉਹ ਤੁਹਾਨੂੰ ਮਿਲਣਗੇ ਕੰਸਟਰਕਸ਼ਨ ਸੈਕਟਰ ਦੇ ਵਿੱਚ ਐਜ਼ ਵੈਲ ਐਜ਼ ਇਨ ਸਰਵਿਸ ਇੰਜੀਨੀਅਰ ਵਗੈਰਾ ਸੈਕਟਰ ਦੇ ਵਿੱਚ। ਠੀਕ ਹੈ ਜੀ, ਦੇਖੋ ਇਹਨਾਂ ਨੇ ਟੂ ਲਿਖਿਆ ਹੋਇਆ ਨਾ ਇੱਥੇ, ਇਹਦਾ ਟੂ ਦਾ ਮਤਲਬ ਇਹ ਵਿਲ ਹੀ ਆ, ਟੂ ਬੂਸਟ ਦਾ ਐਮਪਲੋਇਮੈਂਟ, ਵੀ ਇਨਵੈਸਟਮੈਂਟ ਕੀਤਾ ਜਾਵੇਗਾ ਐਮਪਲੋਇਮੈਂਟ ਬੂਸਟ ਕਰਨ ਦੇ ਲਈ। ਠੀਕ ਹੈ, ਫਿਊਚਰ ਦੀ ਗੱਲ ਹੋ ਰਹੀ ਹੈ ਤਾਂ ਇੱਥੇ ਇਹਨਾਂ ਨੇ ਟੂ ਇਨਫਿਨਿਟਿਵ ਦਾ ਯੂਜ਼ ਕੀਤਾ ਹੈਗਾ, ਤਾਂ ਟੂ ਦੀ ਜਗ੍ਹਾ 'ਤੇ ਇੱਥੇ ਜਦੋਂ ਐਕਸਪਲੇਨ ਨਿਊਜ਼ਪੇਪਰ ਨੂੰ ਐਕਸਪਲੇਨ ਕੀਤਾ ਹੈਡਲਾਈਨ ਨੂੰ, ਤਾਂ ਇੱਥੇ ਵਿਲ ਲਗਾਇਆ ਗਿਆ। ਦ ਗਵਰਨਮੈਂਟ ਏਮਸ ਟੂ ਪੁਸ਼ ਮੋਰ ਫੰਡਸ ਇਨਟੂ ਮੇਕਿੰਗ ਰੋਡਸ ਐਂਡ ਬ੍ਰਿਜਸ। ਠੀਕ ਹੈ ਜੀ, ਇਨਫਰਾਸਟਰਕਚਰ ਇਹੀ ਰੋਡਸ ਐਂਡ ਬ੍ਰਿਜਸ ਦੀ ਗੱਲ ਕਰ ਰਹੇ ਨੇ, ਤਾਂ ਗਵਰਨਮੈਂਟ ਇਹਦੇ ਵਿੱਚ ਜੋ ਕਿ ਏਮ ਕਰੇਗੀ ਇਨ ਦ ਨੈਕਸਟ ਫॉर ਯੂਜ਼ ਇਨ ਨੈਕਸਟ 50 ਈਅਰਸ, ਕਹਿੰਦੇ ਅਗਲੇ 50 ਸਾਲ ਦੇ ਲਈ, ਤਾਂ ਇਹਨਾਂ ਨੂੰ ਯੂਜ਼ ਕਰਨ ਦੇ ਲਈ। ਠੀਕ ਹੈ ਜੀ, ਤਾਂ ਬੇਟਾ ਤੁਹਾਨੂੰ ਆਈ ਹੋਪ ਦੈਟ ਯੂ ਆਲ ਅੰਡਰਸਟੈਂਡ ਵੈਰੀ ਵੈਲ ਹਾਊ ਟੂ ਐਕਸਪਲੇਨ ਇਨ ਨਿਊਜ਼ਪੇਪਰ ਹੈਡਲਾਈਨਸ। ਤੁਹਾਨੂੰ ਟੌਪਿਕ ਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਬਿਲਕੁਲ ਬਰੀਫ, ਬਿਲਕੁਲ ਸ਼ਾਰਟਕਟ ਵੇ ਦੇ ਵਿੱਚ ਇੱਕ ਨਿਊਜ਼ਪੇਪਰ ਦੀ ਹੈਡਲਾਈਨ ਨੂੰ ਜਿਹੜਾ ਕਿ ਲਿਖਿਆ ਜਾਂਦਾ ਹੈਗਾ। ਨੈਕਸਟ ਦੀ ਗੱਲ ਕਰੀਏ ਅਸੀਂ, women to join Indian Army as officers, ਕਹਿੰਦੇ ਜਿਹੜੀਆਂ ਔਰਤਾਂ ਨੇਗੀਆਂ ਉਹ ਇੰਡੀਅਨ ਆਰਮੀ ਨੂੰ ਜੁਆਇਨ ਕਰ ਸਕਦੀਆਂ ਨੇ ਐਜ਼ ਆਫਿਸਰਸ। ਠੀਕ ਹੈ ਜੀ, ਹੁਣ ਇਹਦੇ ਬਾਰੇ ਗੱਲ ਕਰਾਂਗੇ। women to join, ਠੀਕ ਹੈ, ਟੂ ਦਾ ਮਤਲਬ ਉਹੀ ਵਿਲ ਵੀ ਕਰ ਸਕਦੀਆਂ ਹਨ ਇਨ ਫਿਊਚਰ, ਇਹਨਾਂ ਬਾਰੇ ਇਹ ਜੋ ਕਿ ਪ੍ਰੋਵੀਜ਼ਨ ਦਿੱਤੀ ਗਈ ਹੈ। ਦੇਖੋ, ਇੰਡੀਅਨ ਆਰਮੀ ਹੈਜ਼ ਓਪਨਡ ਐਂਟਰੀ ਫॉर women into ਆਰਮੀ ਟੂ ਜੁਆਇਨ ਐਜ਼ ਆਫਿਸਰਸ। ਠੀਕ ਹੈ ਜੀ, ਦੇਖੋ ਕਹਿੰਦੇ ਇੰਡੀਅਨ ਗਵਰਨਮੈਂਟ ਨੇ ਇਹ ਜੋ ਕਿ ਇੱਕ ਗੁੱਡ ਇਨੀਸ਼ੀਏਟਿਵ ਲਿਆ ਹੈਗਾ, ਤਾਂ ਇਹ ਕਹਿ ਸਕਦੇ ਹਾਂ ਐਜ਼ ਏ ਆਫਿਸਰਸ। ਫੀਮੇਲ ਆਫਿਸਰਸ ਵਿਲ ਵਰਕ ਇਨ ਨॉन ਕੌਮਬੈਟ ਰੋਲਸ ਇਨ ਦਾ ਕੰਪੀਟੀਟਿਵ ਐਨਵਾਇਰਨਮੈਂਟ। ਨॉन ਕੌਮਬੈਟ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਮਤਲਬ ਆਮੋ ਸਾਹਮਣੇ ਹੋ ਕੇ ਨਹੀਂ, ਫੋਰ ਐਗਜ਼ਾਮਪਲ ਬਾਰਡਰ ਏਰੀਆ ਵਗੈਰਾ ਦੇ ਉੱਪਰ ਜਿੱਥੇ ਲੜਾਈ ਦੇ ਵਿੱਚ ਸਿੱਧਾ ਭਾਗ ਨਹੀਂ ਲੈਣਗੀਆਂ ਲੇਡੀਜ਼, ਬਟ ਨॉन ਕੌਮਬੈਟ ਰੋਲਸ ਹੋਰ ਆਰਮੀ ਦੇ ਵਿੱਚ ਬਹੁਤ ਸਾਰੇ ਹੁੰਦੇ ਨੇ, ਤਾਂ ਉੱਥੇ ਇਹ ਆਪਣਾ ਸਰਵਿਸਿਜ਼ ਦੇਣਗੀਆਂ। ਠੀਕ ਹੈ, ਜੋ ਕਿ ਵਿਮਨ ਨੇਗੀਆਂ ਐਜ਼ ਏ ਆਫਿਸਰਸ ਦੇ ਰੂਪ ਦੇ ਵਿੱਚ। ਤਾਂ ਇਸ ਤਰ੍ਹਾਂ ਦੀ ਇਹ ਹੈਡਲਾਈਨਸ ਨੇਗੀਆਂ ਆਪਾਂ ਐਕਸਪਲੇਨ ਕਰ ਸਕਦੇ ਹਾਂ। ਨੈਕਸਟ 6.3 ਗਰੋਥ ਅਪ ਫਰੋਮ 5.7%। ਹੁਣ ਦੇਖੋ ਗਰੋਥ ਰੇਟ ਕਿਹਦੇ ਨਾਲ ਰਿਲੇਟਡ ਹੁੰਦੀ ਆ, GDP ਦੇ ਨਾਲ। ਠੀਕ ਹੈ ਜੀ, ਗ੍ਰੋਸ ਡੋਮੈਸਟਿਕ ਪ੍ਰੋਡਕਟ ਹੁੰਦਾ ਹੈਗਾ, ਇਹ ਇਕੋਨਮੀ ਦਾ ਇੱਕ ਚੈਪਟਰ ਆ। ਤਾਂ ਜਿਹੜੇ ਬੱਚੇ ਨੂੰ ਇਹ ਪਤਾ ਹੁੰਦੇ ਨੇ ਵੀ ਗਰੋਥ 6.3%, ਉਹ ਪਹਿਲਾਂ ਸਮਝ ਜਾਵੇਗਾ ਇਹ ਕਿਹਦੀ ਗੱਲ ਹੋ ਰਹੀ ਹੈ, GDP ਦੀ ਗੱਲ ਹੋ ਰਹੀ ਹੈ। ਤਾਂ ਇਸ ਲਈ ਤੁਹਾਨੂੰ ਟੌਪਿਕ ਦੇ ਬਾਰੇ ਥੋੜ੍ਹੀ ਬਹੁਤ ਨੌਲੇਜ ਹੋਣੀ ਚਾਹੀਦੀ ਹੈ। ਦੇਖੋ ਜੀ, ਰਿਵਰਸਿੰਗ 5 ਕੁਆਰਟਰ ਸਲਾਈਡਸ ਇਨ GDP, ਇੰਡੀਅਨ ਇਕੋਨਮੀ ਗ੍ਰਿਊ ਬਾਏ 6.3%। ਠੀਕ ਹੈ ਜੀ, ਕਹਿੰਦੇ ਇਹ ਕੁਆਰਟਰ ਦਾ ਮਤਲਬ 3 ਮੰਥਸ। ਠੀਕ ਹੈ, 3 ਮਹੀਨਿਆਂ ਦੀ ਗੱਲ ਕਰਦਾ, 3 ਮੰਥਸ ਹੁੰਦੇ ਨੇ ਕੁਆਰਟਰ ਦਾ ਮੀਨਿੰਗ। ਇਨ ਦਾ ਸੈਕੰਡ ਕੁਆਰਟਰ ਆਫ ਦਿਸ ਫਾਈਨੈਂਸ਼ੀਅਲ ਈਅਰ, ਕਹਿੰਦੇ 6.3% ਜੋ ਕਿ ਰੇਜ਼ ਹੋਈ ਹੈ ਇੰਡੀਅਨ GDP ਇਨ ਦਾ ਸੈਕੰਡ ਕੁਆਰਟਰ, ਭਾਵ ਦੂਜੀ ਤਿਮਾਹੀ ਦੇ ਵਿੱਚ ਇਨ ਦਾ ਫਾਈਨੈਂਸ਼ੀਅਲ ਈਅਰ। ਇਟ ਗਿਵਜ਼ ਦਾ ਹੋਪ ਦੈਟ the impact of changes in recent policies will further improve the situation। ਤੇ ਇਹ ਵੀ ਆਸ ਲਗਾਈ ਜਾ ਰਹੀ ਹੈ ਕਿ ਜੋ ਪਾਲਿਸੀਜ਼ ਦੇ ਵਿੱਚ ਇੱਕ ਪੋਜ਼ਿਟਿਵ ਚੇਂਜ ਲਿਆਂਦਾ ਜਾ ਰਿਹਾ ਤਾਂ ਉਹ ਹੋਰ ਵੀ ਸਿਚੁਏਸ਼ਨ ਨੂੰ ਇੰਪਰੂਵ ਕਰੇਗਾ। ਨੈਕਸਟ 4th, ਡਿਕਲੇਅਰ ਡੈਡ ਨਿਊਬੋਰਨ ਫਾਊਂਡ ਅਲਾਈਵ, ਕਹਿੰਦੇ ਮਰਿਆ ਘੋਸ਼ਿਤ ਕੀਤਾ ਨਿਊਬੋਰਨ ਬੇਬੀ ਜਿੰਦਾ ਮਿਲਿਆ। ਠੀਕ ਹੈ ਜੀ, ਕੋਈ ਇਸ ਤਰ੍ਹਾਂ ਦੀ ਇਹਦੇ ਨਿਊਜ਼ ਹੈ। ਆਪਾਂ ਲੈਟਸ ਸੀ what is in the newspaper। In a shocking incident, premature twins were allegedly declared dead by an upscale private hospital and handed over in a polythene bag to their parents।
ਕਹਿੰਦੇ ਇੱਕ ਸ਼ੌਕਿੰਗ ਇਨਸੀਡੈਂਟ, ਇੱਕ ਘਟਨਾ ਵਾਪਰੀ ਹੈ ਜਿਹਦੇ ਵਿੱਚ ਪ੍ਰੀਮੈਚੁਰ ਟਵਿਨਸ, ਠੀਕ ਹੈ, ਨਿਊ ਬੋਰਨ ਬੇਬੀਜ਼ ਹੋਣਗੇ, ਨਿਊ ਬੋਰਨ ਬੇਬੀਜ਼, ਠੀਕ ਹੈ ਜੀ, ਵਰ ਅਲੈਜਡਲੀ ਡਿਕਲੇਅਰ, ਝੂਠੇ ਹੀ ਡਿਕਲੇਅਰ ਕਰ ਦਿੱਤੇ ਕਿਉਂਕਿ ਡੈਡ ਬਾਈ ਅਪਸਕਿਲ ਇੱਕ ਪ੍ਰਾਈਵੇਟ ਹਸਪੀਟਲ, ਇੱਕ ਅੱਛੇ ਪ੍ਰਾਈਵੇਟ ਹਸਪੀਟਲ ਦੁਆਰਾ ਉਹਨਾਂ ਨੂੰ ਡੈਡ ਡਿਕਲੇਅਰ ਕਰ ਦਿੱਤਾ ਗਿਆ, ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਇੱਕ ਪੋਲੀਥੀਨ ਦੇ ਬੈਗ ਦੇ ਵਿੱਚ ਉਹਨਾਂ ਨੂੰ ਦੀ ਡੈਡ ਬੋਡੀਜ਼ ਨੂੰ ਦੇ ਦਿੱਤਾ ਗਿਆ। ਹੂ ਰਿਅਲਾਈਜ਼ਡ ਦੈਟ ਵਨ ਆਫ ਦੈਮ ਵਾਜ਼ ਅਲਾਈਵ, ਕਹਿੰਦੇ ਜਿਨ੍ਹਾਂ ਨੂੰ ਬਾਅਦ 'ਚ ਪਤਾ, ਦੇਖੋ ਟਵਿਨਸ ਹੁੰਦੇ ਨੇ 2 ਬੱਚੇ, ਠੀਕ ਹੈ ਜੀ, ਉਹ ਜੋੜੇ ਹੋਣਗੇ, ਤਾਂ ਜਿਸ ਦੇ ਕਹਿੰਦੇ ਉਹਨਾਂ ਦੇ ਵਿੱਚੋਂ ਇੱਕ ਆ ਜਿਹੜਾ ਉਹ ਜਿੰਦਾ ਸੀਗਾ, ਐਂਡ ਦੇ ਵਰ ਔਨ ਦਾ ਵੇ ਟੂ ਪਰਫਾਰਮ ਲਾਸਟ ਰਾਈਟਸ, ਕਹਿੰਦੇ ਜਦੋਂ ਉਹਨਾਂ ਦੀਆਂ ਲਾਸਟ ਰਾਈਟਸ ਹੁੰਦੀਆਂ ਨੇ, ਰਸਮਾਂ, ਠੀਕ ਹੈ ਜੀ, ਜੋ ਰਸਮ ਰਿਵਾਜ ਹੁੰਦੇ ਨੇ ਨਾ, ਉਹਨਾਂ ਨੂੰ ਕਿਹਾ ਜਾਂਦਾ ਗਾ ਰਾਈਟਸ, ਠੀਕ ਹੈ, ਤਾਂ ਕਹਿੰਦੇ ਜਦੋਂ ਲਾਸਟ ਰਾਈਟਸ ਪਰਫਾਰਮ ਕਰ ਰਹੇ ਸੀਗੇ ਤਾਂ ਉਸ ਟਾਈਮ ਕਹਿੰਦੇ ਪਤਾ ਲੱਗਿਆ ਵੀ ਇੱਕ ਬੱਚਾ ਜਿੰਦਾ ਹੈ। ਨੈਕਸਟ 5th, ਸਟੂਡੈਂਟ ਸ਼ੋਕੇਸ ਇਨੋਵੇਟਿਵ ਪ੍ਰੋਜੈਕਟਸ, ਤਾਂ ਇਹ ਕੋਈ ਇੰਜੀਨੀਅਰਿੰਗ ਦੇ ਨਾਲ ਰਿਲੇਟਡ ਹੋਵੇਗਾ ਵੀ ਸਟੂਡੈਂਟਸ ਸ਼ੋਕੇਸ ਇਨੋਵੇਟਿਵ ਪ੍ਰੋਜੈਕਟ, ਜੋ ਸਟੂਡੈਂਟਸ ਦੇ ਦੁਆਰਾ ਬਣਾਏ ਗਏ ਪ੍ਰੋਜੈਕਟਸ ਨੇ ਉਹਨਾਂ ਦੀ ਇੱਕ ਐਗਜੀਬਿਸ਼ਨ ਲਗਾਈ ਜਾਵੇਗੀ। ਤਾਂ ਲੈਟਸ ਸੀ, ਸੈਂਟਰ ਫॉर ਇਨੋਵੇਸ਼ਨ IIT ਮਦਰਾਸ recently organized an open house which showcased their innovative projects, automated machines and a formula race car made by the students of IIT Madras, ਠੀਕ ਹੈ ਜੀ। ਤਾਂ ਇਸ ਤਰ੍ਹਾਂ ਹੋਊਗਾ, ਤੁਹਾਨੂੰ ਪੇਪਰ ਦੇ ਵਿੱਚ ਇਸ ਤਰ੍ਹਾਂ ਆਵੇਗਾ ਕਿ ਤੁਹਾਨੂੰ ਇੱਕ ਨਿਊਜ਼ ਦੀ ਹੈਡਲਾਈਨ ਬਿਲਕੁਲ ਬਰੀਫ ਹੋਊਗੀ, ਤਾਂ ਉਹਨੂੰ ਤੁਸੀਂ 20 to 25 ਵਰਡਸ ਦੇ ਵਿੱਚ ਐਕਸਪਲੇਨ ਕਰਨਾ ਹੋਵੇਗਾ। ਸੋ ਮਾਈ ਡੀਅਰ ਸਟੂਡੈਂਟਸ, ਅੱਜ ਦੇ ਸੈਸ਼ਨ ਲਈ ਇੰਨਾ ਹੀ ਬਹੁਤ ਹੈ, ਬਾਕੀ ਅੱਗੇ ਆਪਾਂ ਨੈਕਸਟ ਪਾਰਟ ਦੇ ਵਿੱਚ ਕਰਾਂਗੇ, ਇਸ ਵੀਡੀਓ ਦੇ ਨੈਕਸਟ ਪਾਰਟ ਦੇ ਵਿੱਚ ਜੋ ਬਾਕੀ ਰਹਿ ਚੁੱਕੀਆਂ ਨੇ। ਉਮੀਦ ਆ ਤੁਸੀਂ ਸਮਝ ਚੁੱਕੇ ਹੋਵੋਗੇ। ਅਗਰ ਪਸੰਦ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।